ਨੇ ਉਹਨਾਂ ਨੂੰ ਮਿਲ ਕੇ ਆਏ ਆ ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ ਐਮਐਲਏ ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਸਾਡਾ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ ਵੇਟ ਵੀ ਅੱਗੇ ਨਾਲੋਂ ਘਟਾਇਆ ਹੈ ਔਰ ਮਿਹਨਤ ਕਰਦੇ ਨੇ ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ, ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ, ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੁੱਧ ਹਾਂ। ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ? ਦੇਖੋ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ, ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ 'ਚ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਜਿਸ ਤਰ੍ਹਾਂ ਸਰਕਾਰ ਬਣੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ। ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ, ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਬਿਕਰਮ ਮਜੀਠੀਆ ਨੂੰ ਮਤਲਬ
ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ, ਲੋਕਾਂ ਨੂੰ ਜਾ ਕੇ ਪੁੱਛ ਲਓ। ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਔਰ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ, ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ। ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ। ਲੋਕ ਪਰੇਸ਼ਾਨ ਨੇ, ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਦੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੋਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ PSPCL 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ। ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੀ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ CBI ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ। ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ MLA ਰਹਿਣ ਦਾ ਹੱਕ ਨਹੀਂ ਗਾ। ਮੁਲਾਕਾਤ ਕਰਕੇ ਆਏ ਹੋ ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ MLA ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ, ਔਰ ਮਿਹਨਤ ਕਰਦੇ ਨੇ, ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ, ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ।
ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ ਹੋ? ਦੇਖੋ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ, ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ, ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ, ਅਜੇ 75 ਮੇਰਾ ਖਿਆਲ ਖੁੱਲੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤੇ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ, ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ, ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ, ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬਣੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ, ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ, ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ, ਲੋਕਾਂ ਨੂੰ ਜਾ ਕੇ ਪੁੱਛ ਲਓ। ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ, ਮੈਂ ਉਹੀ ਗੱਲ ਕਹਿ ਰਿਹਾ ਕਿ ਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ, ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ, ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ। ਲੋਕ ਪਰੇਸ਼ਾਨ ਨੇ, ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਦੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ, ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਘਟਨਾ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ PSPCL 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ?
ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ, ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ ਤੁਹਾਡੇ ਸਾਹਮਣੇ ਹੀ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ CBI ਦੀ ਰੇਡ ਹੋਈ ਆ ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ MLA ਮੁਲਾਕਾਤ ਕਰਕੇ ਆਏ ਹੋ ਦਿਲਜੋਤ ਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਮਿਲ ਕੇ ਆਏ ਆ ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ। ਉੱਥੇ MLA ਮੰਤਰੀ ਵੀ ਰਹੇ ਨੇ ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਸਾਡਾ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ ਔਰ ਮਿਹਨਤ ਕਰਦੇ ਨੇ ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ। ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ ਕੋਈ ਏਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ ਹੋ? ਦੇਖੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ CM ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ BJP ਦੀ B ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿਣਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿਣਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼
ਇੱਕ ਇੱਕ ਤੇ ਹੁੰਦਾ ਕਿਸੇ ਤੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ, ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬਣੀ ਸੀ ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ, ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ ਲੋਕਾਂ ਨੂੰ ਜਾ ਕੇ ਪੁੱਛ ਲਓ, ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਅਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਰ ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਡਾਊਨ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਅਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ, ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ, ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ, ਲੋਕ ਪਰੇਸ਼ਾਨ ਨੇ। ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਤੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ ਪੀਐਸਪੀਸੀਐਲ 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ ਹੈ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੀ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ ਸੀਬੀਆਈ ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ ਐਮਐਲਏ ਰਹਿਣਾ। ਮੁਲਾਕਾਤ ਕਰਕੇ ਆਏ ਹੋ ਨਵਜੋਤ? ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ ਐਮਐਲਏ ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ, ਔਰ ਮਿਹਨਤ ਕਰਦੇ ਨੇ, ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ, ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ।
ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ ਕੋਈ ਸ਼ਿਕਾਇਤ ਹੈ ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ, ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ। ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ, ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ ਕੋਈ ਏਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ, ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਆਪਣੇ ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ ਹੋ? ਦੇਖੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ, ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ, ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ, ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ 'ਚ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬਣੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ, ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ, ਲੋਕਾਂ ਨੂੰ ਜਾ ਕੇ ਪੁੱਛ ਲਓ। ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ, ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ, ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ। ਪਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ, ਲੋਕ ਪਰੇਸ਼ਾਨ ਨੇ। ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬੰਦ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਤੇ ਡੰਡਾ ਤੰਤਰ ਵਰਤਿਆ ਜਾ ਰਿਹਾ।
ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਹੈ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। PSPL ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੋਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਘਟਨਾ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ, ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ ਸੱਚ ਪੁੱਛਦੇ ਜੇ। ਅੱਜ PSPCL 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ, ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ CBI ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ MLA ਰਹਿਣ ਦਾ ਹੱਕ ਨਹੀਂਗਾ। ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ MLA ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ, ਔਰ ਮਿਹਨਤ ਕਰਦੇ ਨੇ, ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ, ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੀ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ, ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ, ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ? ਦੇਖੋ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ, ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ CM ਜਿਹੜਾ ਹਰਿਆਣੇ ਦਾ ਹੈ,
ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ ਜਿਨ੍ਹਾਂ ਨੇ ਕਰਪਸ਼ਨ ਕੀਤੀ ਆ ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ ਕਹਿੰਦੇ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ ਸਾਡੇ ਰਡਾਰ ਤੇ ਆ ਜੀ ਅਸੀਂ ਉਹਨੂੰ ਫੜਨ ਚੱਲੇ ਆ ਜੀ ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬੜੀ ਸੀ ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ, ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ ਲੋਕਾਂ ਨੂੰ ਜਾ ਕੇ ਪੁੱਛ ਲਓ, ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਅਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਰ ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਅਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ, ਲੋਕ ਪਰੇਸ਼ਾਨ ਨੇ। ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਦੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ ਸੱਚ ਪੁੱਛਦੇ ਜੇ। ਅੱਜ ਪੀਐਸਪੀਸੀਐਲ 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ, ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ ਤੁਹਾਡੇ ਸਾਹਮਣੇ ਹੀ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ ਸੀਬੀਆਈ ਦੀ ਰੇਡ ਹੋਈ ਆ ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ ਐਮਐਲਏ ਰਹਿਣ ਦਾ ਹੱਕ ਨਹੀਂਗਾ। ਮੁਲਾਕਾਤ ਕਰਕੇ ਆਏ ਹੋ ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ ਐਮਐਲਏ ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਸਾਡਾ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਨਹੀਂ, ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ
ਔਰ ਮਿਹਨਤ ਮੁਹਨਤ ਕਰਦੇ ਨੇ ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ ਉਹ ਕਿੰਨਾ ਵੇਟ ਔਰ ਕੁਐਸਚਨ ਕਰ ਰਹੇ ਸੀ। ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ, ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਏਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੁੱਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ ਹੋ? ਦੇਖੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹਾਈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤੇ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ, ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬਣੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ। ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ, ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ। ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ, ਲੋਕਾਂ ਨੂੰ ਜਾ ਕੇ ਪੁੱਛ ਲਓ। ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਿੱਧੂ ਔਰ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ
ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ, ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ। ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ, ਲੋਕ ਪਰੇਸ਼ਾਨ ਨੇ। ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਦੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। PSPL ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ ਉਹਨਾਂ ਤੇ ਵੀ ਲਾਠੀ ਚਾਰਜ ਜਿਹੜੀ ਘਟਨਾ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ PSPCL 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ। ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ CBI ਦੀ ਰੇਡ ਹੋਈ ਆ ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ। ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ MLA ਮੁਲਾਕਾਤ ਕਰਕੇ ਆਏ ਹੋ ਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ MLA ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ ਔਰ ਮਿਹਨਤ ਕਰਦੇ ਨੇ ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ। ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ? ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ? ਦੇਖੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ।
ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤੇ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ 'ਚ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬੜੀ ਸੀ ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ, ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਏ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ, ਲੋਕਾਂ ਨੂੰ ਜਾ ਕੇ ਪੁੱਛ ਲਓ। ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਰ ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ, ਪਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ। ਲੋਕ ਪਰੇਸ਼ਾਨ ਨੇ, ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਦੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੋਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ, ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ ਪੀਐਸਪੀਸੀਐਲ 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ ਸੀਬੀਆਈ ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ।
ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ ਐਮਐਲਏ ਰਹਿਣ ਦਾ ਹੱਕ ਨਹੀਂਗਾ। ਮੁਲਾਕਾਤ ਕਰਕੇ ਆਏ ਹੋ ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ, ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ ਐਮਐਲਏ ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਸਾਡਾ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਨਹੀਂ, ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ ਔਰ ਮਿਹਨਤ ਕਰਦੇ ਨੇ ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ, ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ, ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ? ਦੇਖੋ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ, ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬੜੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ। ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ
ਬੇਅਦਬੀ ਹੋਈ ਹੈ ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ ਲੋਕਾਂ ਨੂੰ ਜਾ ਕੇ ਪੁੱਛ ਲਓ, ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਅਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਰ ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਡਾਊਨ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ, ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ, ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ, ਲੋਕ ਪਰੇਸ਼ਾਨ ਨੇ। ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਤੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਹੈ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ PSPCL 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ ਹੈ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ CBI ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ MLA ਰਹਿਣ ਦਾ ਹੱਕ ਨਹੀਂ ਗਾ। ਮੁਲਾਕਾਤ ਕਰਕੇ ਆਏ ਹੋ ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ MLA ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ, ਔਰ ਮਿਹਨਤ ਕਰਦੇ ਨੇ, ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੋਈ ਕੁਐਸਚਨ ਕਰ ਰਹੇ ਸੀ। ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ, ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ, ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ ਕੋਈ ਏਡਾ ਵੱਡਾ ਕੋਈ
ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ ਹੋ? ਦੇਖੋ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ, ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ, ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤੇ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ, ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ 'ਚ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ, ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬਣੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ। ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ, ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ, ਲੋਕਾਂ ਨੂੰ ਜਾ ਕੇ ਪੁੱਛ ਲਓ। ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ, ਮੈਂ ਉਹੀ ਗੱਲ ਕਹਿ ਰਿਹਾ ਕਿ ਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ। ਪਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ। ਲੋਕ ਪਰੇਸ਼ਾਨ ਨੇ, ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਦੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ, ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਘਟਨਾ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ। ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ PSPCL 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ। ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ
ਅਸੀਂ ਤੁਹਾਨੂੰ ਫ੍ਰੀ ਵੀ ਦਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ, ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ CBI ਦੀ ਰੇਡ ਹੋਈ ਆ ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ MLA ਰਹਿਣ ਦਾ ਹੱਕ ਨਹੀਂਗਾ। ਮੁਲਾਕਾਤ ਕਰਕੇ ਆਏ ਹੋ ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ MLA ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਸਾਡਾ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਨਹੀਂ, ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ ਔਰ ਮਿਹਨਤ ਕਰਦੇ ਨੇ ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ, ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ, ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ। ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ? ਦੇਖੋ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ CM ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ BJP ਦੀ B ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ, ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ।
ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ, ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬੜੀ ਸੀ ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ, ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ, ਲੋਕਾਂ ਨੂੰ ਜਾ ਕੇ ਪੁੱਛ ਲਓ, ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਅਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਰ ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਡਾਊਨ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਅਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ, ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ, ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ, ਲੋਕ ਪਰੇਸ਼ਾਨ ਨੇ। ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬੰਦ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਉਹਨਾਂ ਦੇ ਡੰਡਾ ਤੰਤਰ ਵਰਤਿਆ ਜਾ ਰਿਹਾ, ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ, ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਘਟਨਾ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ, ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ PSPCL 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ CBI ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ MLA ਮੁਲਾਕਾਤ ਕਰਕੇ ਆਏ ਹੋ ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ MLA ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ, ਔਰ ਮਿਹਨਤ ਕਰਦੇ ਨੇ, ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ।
ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ ਕੋਈ ਸ਼ਿਕਾਇਤ ਹੈ ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ ਕੋਈ ਏਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਆਪਣੇ ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ ਹੋ? ਦੇਖੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬਣੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ। ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ ਲੋਕਾਂ ਨੂੰ ਜਾ ਕੇ ਪੁੱਛ ਲਓ। ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਅਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਔਰ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਅਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ। ਪਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ। ਲੋਕ ਪਰੇਸ਼ਾਨ ਨੇ, ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬੰਦ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ
ਉਹਨਾਂ ਤੇ ਡੰਡਾ ਤੰਤਰ ਵਰਤਿਆ ਜਾ ਰਿਹਾ, ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੋਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਘਟਨਾ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ, ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ, ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ PSPCL 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ, ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ CBI ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ MLA ਰਹਿਣ ਦਾ ਹੱਕ ਨਹੀਂਗਾ। ਮੁਲਾਕਾਤ ਕਰਕੇ ਆਏ ਹੋ ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ MLA ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ, ਔਰ ਮਿਹਨਤ ਕਰਦੇ ਨੇ, ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ, ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ, ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ, ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ। ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ ਹੋ? ਦੇਖੋ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ, ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ CM ਜਿਹੜਾ
ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਜੇਲ੍ਹਾਂ ਵਿੱਚ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ ਹੋਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ 'ਚ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ, ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬੜੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ, ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ, ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ, ਲੋਕਾਂ ਨੂੰ ਜਾ ਕੇ ਪੁੱਛ ਲਓ, ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਰ ਸਿੱਧੂ ਔਰ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ, ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ, ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ, ਲੋਕ ਪਰੇਸ਼ਾਨ ਨੇ। ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਤੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। PSPL ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ, ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ PSPCL 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵੋਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਰੀ ਹੋਵੇ। ਸਰ ਆਖਰੀ ਸਵਾਲ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ CBI ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ MLA ਰਹਿਣ ਦਾ ਹੱਕ ਨਹੀਂਗਾ। ਮੁਲਾਕਾਤ ਕਰਕੇ ਆਏ ਹੋ ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ MLA ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਔਰ ਚੜ੍ਹਦੀ ਕਲਾ 'ਚ ਨੇ।
ਕੀ ਲੱਗਦਾ ਤਬੀਅਤ ਦੀ ਸਰਕਾਰ ਗੱਲਬਾਤ ਹੋਈ ਹੈ ਤਾਂ ਕੋਈ ਉਹਨਾਂ ਦੱਸਿਆ ਕੁਝ ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ ਔਰ ਮਿਹਨਤ ਕਰਦੇ ਨੇ ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕਿੰਨਾ ਵੇਟ ਕੱਢਿਆ ਕੁਐਸਚਨ ਕਰ ਰਹੇ ਸੀ। ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ, ਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ ਹੋ? ਦੇਖੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ, ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬੜੀ ਸੀ ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ। ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ ਲੋਕਾਂ ਨੂੰ ਜਾ ਕੇ ਪੁੱਛ ਲਓ। ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ।
ਅਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਰ ਸਿੱਧੂ ਔਰ ਮੂਸੇਵਾਲਾ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਡਾਊਨ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਅਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ, ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ। ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ, ਲੋਕ ਪਰੇਸ਼ਾਨ ਨੇ, ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਤੇ ਡੰਡਾ ਤੰਤਰ ਵਰਤਿਆ ਜਾ ਰਿਹਾ, ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਹੈ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ, ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਘਟਨਾ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ, ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ, ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ ਪੀਐਸਪੀਸੀਐਲ 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ ਸੀਬੀਆਈ ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ। ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ ਮੁਲਾਕਾਤ ਕਰਕੇ ਆਏ ਹੋ ਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ, ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ, ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ ਐਮਐਲਏ ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ, ਔਰ ਮਿਹਨਤ ਕਰਦੇ ਨੇ, ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ, ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ, ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ, ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ? ਦੇਖੋ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ
ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ, ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲੇ ਨੇ ਮੁਹੱਲਾ ਕਲੀਨਿਕ, ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ, ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ 'ਚ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ, ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬੜੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ। ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ, ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ, ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਏ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ, ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ, ਲੋਕਾਂ ਨੂੰ ਜਾ ਕੇ ਪੁੱਛ ਲਓ, ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ, ਕਤਲ ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ, ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ, ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ, ਲੋਕ ਪਰੇਸ਼ਾਨ ਨੇ। ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਤੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ, ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ, ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ, ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ ਪੀਐਸਪੀਸੀਐਲ 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ, ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ ਸੀਬੀਆਈ ਦੀ ਰੇਡ ਹੋਈ ਆ, ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ, ਔਰ ਇੱਕ ਹਿਸਾਬ ਦੇ ਨਾਲ ਲੋਕਾਂ ਦਾ ਪੈਸਾ ਜਿਹੜਾ ਸਰਕਾਰ ਉਹ ਲਟਾ ਰਹੀ ਸੀ, ਔਰ ਉਹਨਾਂ ਦੇ ਰੇਡ ਹੋਏ ਆ। ਪਰ ਅਸੀਂ ਕਹਾਂਗੇ ਇਹਨੂੰ ਕਿਸੇ ਬੰਨੇ ਲਾਇਆ ਜਾਵੇ।
ਐਕਸਾਈਜ਼ ਪਾਲਿਸੀ ਦੇ ਨਾਲ ਹੋਰ ਵੀ ਬਹੁਤ ਧਾਂਦਲੀਆਂ ਨੇ ਜਿਨ੍ਹਾਂ ਨੂੰ ਸਾਬਤ ਕੀਤਾ ਜਾਵੇ। ਜੇ ਸਿੰਗਲਾ ਵਰਗੇ ਮੰਤਰੀ ਫੜੇ ਸੀ, ਅੱਜ ਦੱਸਣ ਸਿੰਗਲਾ ਕਰਪਟ ਸੀ ਕਿ ਨਹੀਂ ਸੀ ਕਰਪਟ। ਜੇ ਉਹ ਕਰਪਟ ਸੀ ਤਾਂ ਉਹਨੂੰ ਫਿਰ ਐਮਐਲਏ ਰਹਿਣ ਦਾ ਹੱਕ ਨਹੀਂਗਾ। ਮੁਲਾਕਾਤ ਕਰਕੇ ਆਏ ਹੋ ਕਿਉਂਕਿ ਇਸ ਵੇਲੇ ਸਜ਼ਾ ਕੱਟ ਰਹੇ ਨੇ, ਉਹਨਾਂ ਨੂੰ ਮਿਲ ਕੇ ਆਏ ਆ ਕਿਉਂਕਿ ਉਹ ਸਾਡੇ ਸਾਬਕਾ ਪ੍ਰਧਾਨ ਵੀ ਨੇ। ਉਹਦੀ ਨਾਲ ਦੀ ਨਾਲ ਉਹ ਅੰਮ੍ਰਿਤਸਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ, ਉੱਥੇ ਐਮਐਲਏ ਮੰਤਰੀ ਵੀ ਰਹੇ ਨੇ। ਔਰ ਚਲੋ ਕੁਦਰਤ ਵਰੀ ਜੋ ਵੀ ਉਹਨਾਂ ਨੂੰ ਜੋ ਕਾਨੂੰਨ ਰਾਹੀਂ ਬਣਦਾ ਸੀ, ਕੁਦਰਤ ਨੇ ਜੋ ਵੀ ਹੈ ਉਹ ਹੋ ਗਿਆ। ਤੇ ਹੁਣ ਸਾਡਾ ਅਸੀਂ ਉਹਨਾਂ ਨਾਲ ਮਿਲ ਕੇ ਬੜਾ ਵਧੀਆ ਲੰਬਾ ਸਮਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਔਰ ਚੜ੍ਹਦੀ ਕਲਾ 'ਚ ਨੇ। ਤਬੀਅਤ ਨਹੀਂ, ਤਬੀਅਤ ਬਿਲਕੁਲ ਠੀਕ ਹੈ। ਉਹਨਾਂ ਨੇ ਮੇਰਾ ਖਿਆਲ weight ਵੀ ਅੱਗੇ ਨਾਲੋਂ ਘਟਾਇਆ ਹੈ ਔਰ ਮਿਹਨਤ ਕਰਦੇ ਨੇ ਔਰ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੁਣ ਨੇ। ਉਹ ਕੁਐਸਚਨ ਕਰ ਰਹੇ ਸੀ ਕਾਂਗਰਸ ਦੀ ਗੱਲ ਕੀਤੀ ਜਾਵੇ, ਕਾਂਗਰਸ ਦੇ ਵੱਡੇ ਲੀਡਰ ਜਿਹੜੇ ਅਸਤੀਫਾ ਦੇ ਕੇ ਚਲੇ ਗਏ, ਗੁਲਾਮ ਨਬੀ ਆਜ਼ਾਦ ਨੇ ਅਸਤੀਫਾ ਦਿੱਤਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਦੇਖੋ, ਹਰ ਕਿਸੇ ਦੀ ਆਪਣਾ ਰਾਜਨੀਤੀ ਕਰਨ ਦਾ ਤਰੀਕਾਕਾਰ ਆ। ਉਹਨਾਂ ਨੂੰ ਕੋਈ ਲੱਗਦਾ ਹੋਊਗਾ ਕਿ ਕੁਝ ਹੋਰ ਚੰਗਾ ਹੈ ਤਾਂ ਉਧਰ ਜਾ ਰਹੇ ਹੋਣਗੇ, ਪਰ ਇਸ ਵੇਲੇ ਦੇਸ਼ ਦੀ ਜੋ ਹਾਲਾਤ ਨੇ, ਜਿਸ ਤਰੀਕੇ ਨਾਲ ਮਹਿੰਗਾਈ ਵਧੀ ਆ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਯੂਨਿਟ ਵੇਚੇ ਗਏ ਨੇ, ਉਸ ਤਰੀਕੇ ਨਾਲ ਦੇਸ਼ ਅਰਾਜਕਤਾ ਵੱਲ ਵੱਧ ਰਿਹਾ। ਸਾਨੂੰ ਜਿਹੜੇ ਚੰਗੇ ਸੈਕੂਲਰ ਪਾਰਟੀ ਹੈ ਕਾਂਗਰਸ, ਸਾਡੇ ਜਿਹੜੇ ਉਹਦੇ ਵੱਡੇ ਨੁਮਾਇੰਦੇ ਲੋਕ ਨੇ, ਉਹਨਾਂ ਨੂੰ ਅੱਗੇ ਲੱਗ ਕੇ ਇਸ ਵੇਲੇ ਲੜਾਈ ਲੜਨ ਦੀ ਜ਼ਰੂਰਤ ਹੈ ਦੇਸ਼ ਦੀ। ਕਾਂਗਰਸ ਪਾਰਟੀ ਨੇ ਹਮੇਸ਼ਾ ਦੇਸ਼ ਦੀ ਲੜਾਈ ਲੜੀ ਹੈ। ਕਾਂਗਰਸ ਪਾਰਟੀ ਨੇ ਆਜ਼ਾਦੀ ਵੇਲੇ ਵੀ ਦੇਸ਼ ਦੀ ਲੜਾਈ ਲੜੀ ਸੀ। ਉਹ ਤਾਕਤਾਂ ਅੱਜ ਹੈਵੀ ਹੋ ਗਈਆਂ ਨੇ ਜਿਹੜੀਆਂ ਉਸ ਵੇਲੇ ਅੰਗਰੇਜ਼ਾਂ ਦੇ ਨਾਲ ਮਿਲੀਆਂ ਹੋਈਆਂ ਸੀ। ਸੋ ਜਿਹੜੇ ਵੀ ਕੋਈ ਲੋਕ ਜਾ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਣਾ ਪਿਛੋਕੜ ਵੇਖੋ ਤੇ ਜਿਹੜੀ ਤਾਕਤ ਵਾਲੇ ਬੰਨੇ ਜਾਓਗੇ ਉਹਨਾਂ ਦਾ ਹਾਲਾਤ ਵੇਖ ਲਓ ਕਿ ਉਹਨਾਂ ਦੇਸ਼ ਨੂੰ ਕੀ ਦਿੱਤਾ ਹੈ। ਭਾਰਤ ਭੂਸ਼ਣ ਆਸ਼ੂ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਕੀ ਕਹੋਗੇ? ਦੇਖੋ, ਅਸੀਂ ਪਹਿਲਾਂ ਸਾਡੀ ਪਾਰਟੀ ਕਹਿ ਚੁੱਕੀ ਹੈ ਵੀ ਕਿਸੇ ਵੀ ਤਰ੍ਹਾਂ ਤੇ ਤੁਹਾਨੂੰ ਕੋਈ ਲੋੜ ਹੈ, ਕੋਈ ਸ਼ਿਕਾਇਤ ਹੈ, ਪਾਰਟੀ ਦੇ ਜਿਹੜੇ ਲੀਡਰ ਨੇ ਉਹਦਾ ਸਾਹਮਣਾ ਕਰਨ ਨੂੰ ਤਿਆਰ ਨੇ। ਪਰ ਇੱਕ ਹੀ ਉਹਨਾਂ ਨਾਲ ਸ਼ਿਕਵਾ ਹੈ ਕਿ ਤੁਸੀਂ ਬੁਲਾਉਂਦੇ ਕਿਉਂ ਨਹੀਂ? ਤੁਸੀਂ ਬੁਲਾ ਲਓ, ਤੁਸੀਂ ਫੋਨ ਤੇ ਬੁਲਾ ਲਓ, ਨੋਟਿਸ ਭੇਜ ਦਿਓ, ਆਉਣ ਨੂੰ ਤਿਆਰ ਨੇ। ਪਰ ਤੁਸੀਂ ਕਿਸੇ ਨੂੰ ਘਰੋਂ ਫੜ ਲੈਣਾ, ਕਿਸੇ ਨੂੰ ਬਾਹਰ ਗਏ ਨੂੰ ਚੁੱਕ ਲੈਣਾ, ਇਹ ਤਰੀਕਾਕਾਰ ਠੀਕ ਨਹੀਂਗਾ। ਇਹ ਕਾਨੂੰਨ ਵੀ ਕੋਈ ਵੀ ਮੁਜਰਮ ਹੋਵੇ ਉਹਨੂੰ ਹੱਕ ਦਿੰਦਾ ਹੈ ਕਿ ਉਹਨੂੰ ਬੁਲਾ ਸਕਦੇ ਆ। ਹਾਂ, ਕੋਈ ਐਡਾ ਵੱਡਾ ਕੋਈ ਖਤਰਨਾਕ ਮੁਜਰਮ ਨਹੀਂਗਾ ਕਿ ਜਿਹਨੂੰ ਤੁਸੀਂ ਰਾਤ ਬਰਾਤੇ ਚੁੱਕੋ। ਉਹਦੀ ਲੋੜ ਹੈ ਤੁਹਾਨੂੰ, ਤੁਸੀਂ ਨੋਟਿਸ ਦਿਓ, ਸਵੇਰੇ ਤੁਹਾਡੇ ਉੱਥੋਂ ਆ ਰਹੇ। ਸਾਡਾ ਇੰਨਾ ਕੁ ਗਿਲਾ ਇਸ ਗੱਲ ਦਾ ਹੈਗਾ। ਬਾਕੀ ਜਿੱਥੇ ਵੀ ਭ੍ਰਿਸ਼ਟਾਚਾਰ ਦੇ ਅਸੀਂ ਆਪ ਵਿਰੋਧ ਹਾਂ। ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਕਾਰਵਾਈ ਕਰੋ, ਪਰ ਵੈਂਡੇਟਾ ਨਾ ਕਰੋ। ਪੰਜਾਬ ਦੀ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਸਰਕਾਰ ਹੈ, ਤੁਹਾਨੂੰ ਲੱਗਦਾ ਸੰਤੁਸ਼ਟ ਹੋ ਜਿਸ ਤਰ੍ਹਾਂ ਵਾਕਿਆ ਲਗਾਤਾਰ ਹੋ ਰਹੇ ਨੇ, ਕਿੱਥੇ ਗੋਲੀ ਚੱਲ ਰਹੀ ਹੈ, ਕਿੱਥੇ ਮੌਤਾਂ ਹੋ ਰਹੀਆਂ ਨੇ, ਕੀ ਸਮਝਦੇ? ਦੇਖੋ, ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨਹੀਂ, ਇਹ ਇਸ਼ਤਿਹਾਰਾਂ ਦੀ ਸਰਕਾਰ ਹੈ। ਇਹ ਮੀਡੀਆ ਨੂੰ, ਸੋਸ਼ਲ ਮੀਡੀਆ ਨੂੰ ਹੈਕ ਕਰਕੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਸੋਸ਼ਲ ਮੀਡੀਆ ਦੀਆਂ ਟੀਮਾਂ ਬਿਠਾ ਕੇ ਟਰੋਲ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀ ਸਰਕਾਰ ਹੈ। ਤੁਸੀਂ ਆਪ ਦੇਖ ਲਓ ਜਿੰਨਾ ਖਰਚਾ ਇਹਨਾਂ ਉਹਦੇ ਤੇ ਕੀਤਾ ਹੈ। ਇੱਕ ਇੱਕ ਚੀਜ਼ ਨੂੰ ਵਡਿਆਉਣ ਵਾਸਤੇ ਉਹਨਾਂ ਕੰਮ ਹੁੰਦਾ ਨਹੀਂਗਾ। ਚਾਹੇ ਨੌਕਰੀਆਂ ਦੇਣ ਦੀ ਗੱਲ ਕਰ ਲਓ, ਚਾਹੇ ਹਸਪੀਟਲ ਖੋਲ੍ਹਣ ਦੀ ਗੱਲ ਕਰ ਲਓ। ਅਜੇ 75 ਮੇਰਾ ਖਿਆਲ ਖੁੱਲ੍ਹੇ ਨੇ ਮੁਹੱਲਾ ਕਲੀਨਿਕ। ਮੇਰਾ ਖਿਆਲ ਉਹਦੀ ਐਡਵਰਟਾਈਜ਼ਮੈਂਟ ਤੁਸੀਂ ਦੇਖ ਲਓ ਕਦੋਂ ਤੋਂ ਸ਼ੁਰੂ ਹੋਈ। ਸਰਕਾਰ ਜਦੋਂ ਚੁਣੀ ਜਾਂਦੀ ਉਹਦਾ ਫਰਜ਼ ਬਣਦਾ ਕੰਮ ਕਰਨਾ, ਔਰ ਕੰਮ ਕਰਨ ਤੋਂ ਬਾਅਦ ਉਹ ਦੱਸੇ ਕਿ ਮੈਂ ਆਹ ਕੰਮ ਕਰਤਾ ਆ। ਇਹ ਤਾਂ ਕੰਮ ਦੀ ਅਜੇ ਡਰਾਫਟਿੰਗ ਕਰਦੇ ਆ, ਉਸੇ ਵੇਲੇ ਐਡਵਰਟਾਈਜ਼ਮੈਂਟ ਚਲੇ ਜਾਂਦੀ ਹੈ। ਨਾਲ ਦੀ ਨਾਲ ਪੰਜਾਬ ਦਾ ਸਰਮਾਇਆ ਜਿਹੜਾ ਪੰਜਾਬ ਤੋਂ ਬਾਹਰ ਢੋਇਆ ਜਾ ਰਿਹਾ। ਗੁਜਰਾਤ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ, ਤੁਸੀਂ ਦੇਖੋ ਹਿਮਾਚਲ ਇਲੈਕਸ਼ਨ ਤੇ ਖਰਚੇ ਹੋ ਰਹੇ ਨੇ। ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਹੈ, ਸਾਡਾ ਡਿਪਟੀ ਸੀਐਮ ਜਿਹੜਾ ਹਰਿਆਣੇ ਦਾ ਹੈ, ਉਹ ਵਰਤ ਰਿਹਾ ਆ। ਕਿਤੇ ਨਾ ਕਿਤੇ ਇਹ ਜਿੰਨਾ ਕੁਝ ਹੋ ਰਿਹਾ, ਸਾਨੂੰ ਤੇ ਇੰਜ ਲੱਗਦਾ ਹੈ ਕਿ ਜਿਵੇਂ ਬੀਜੇਪੀ ਦੀ ਬੀ ਟੀਮ ਤਿਆਰ ਕੀਤੀ ਜਾ ਰਹੀ, ਉਹ ਵੀ ਚਾਹੁੰਦੇ ਹੋਣਗੇ ਕਿ ਜਿਹੜੀ ਆਪੋਜੀਸ਼ਨ ਹੈ ਉਹ ਵੀ ਸਾਡੀ ਮਰਜ਼ੀ ਦੀ ਹੋਵੇ। ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਕਈ ਕਾਂਗਰਸ ਦੇ ਲੀਡਰ ਨੇ ਜਿਹੜੇ ਸਾਡੀ ਰਡਾਰ ਤੇ ਨੇ, ਜਿਨ੍ਹਾਂ ਨੇ ਕਰਪਸ਼ਨ ਕੀਤੀ ਆ, ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਖਤ ਕਹਿੰਦੇ ਕਾਰਵਾਈ ਕਰਾਂਗੇ, ਜਿਵੇਂ ਭਾਰਤ ਭੂਸ਼ਣ ਆਸ਼ੂ ਤੇ ਹੋਈ ਆ। ਕਹਿੰਦੇ ਦੇਖੋ, ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ 'ਚ ਟ੍ਰਾਂਸਫਰ ਕਰੋ ਤੇ ਇਹ ਰੋਜ਼ ਦੇ ਬਿਆਨ ਦੇਣ ਨਾਲੋਂ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤੇ ਅਸੀਂ ਖੜੇ ਆ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤੇ ਹੁੰਦਾ ਕਿਸੇ ਦੇ ਕੇਸ ਬੰਦ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ ਸਾਡੇ ਰਡਾਰ ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਆ ਜੀ, ਸਾਨੂੰ ਸ਼ੰਕਾ ਆ। ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਪਰਚਾ ਕਰੋ, ਉਹਨੂੰ ਸ਼ਾਮਲੇ ਤਫਤੀਸ਼ ਕਰੋ, ਜੋ ਨਹੀਂ ਤੁਹਾਡੇ ਨਾਲ ਸਹਿਯੋਗ ਕਰਦਾ ਫਿਰ ਗੱਲ ਕਰੋ। ਉਹਨਾਂ ਸਾਹਿਬ ਜਿਸ ਤਰ੍ਹਾਂ ਸਰਕਾਰ ਬੜੀ ਸੀ, ਵਾਅਦਾ ਕੀਤਾ ਗਿਆ ਸੀ ਬੇਦਬੀ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੱਲ ਕੀਤਾ ਜਾਊਗਾ, ਅਜੇ ਤੱਕ ਕੋਈ ਗ੍ਰਿਫਤਾਰ ਕਰਾਂਗੇ। ਇਹਨਾਂ ਨੇ ਕਿਹਾ ਸੀ ਜਿਹੜੇ ਸਾਡੇ ਫੰਡਸ ਨੇ ਆਪਣਾ ਆਰਥਿਕ ਤੌਰ ਤੇ ਪੰਜਾਬ ਮਜ਼ਬੂਤ ਹੈ, ਅਸੀਂ 50,000 ਕਰੋੜ ਇਕੱਠਾ ਕਰਾਂਗੇ।
ਇਹਨਾਂ ਨੇ ਕਿਹਾ 600 ਯੂਨਿਟ ਬੱਤੀ ਮੁਫਤ ਦੇਵਾਂਗੇ, 1000 ਰੁਪਇਆ ਲੋਕਾਂ ਨੂੰ ਦੇਵਾਂਗੇ। ਇਹ ਉਹ ਗੱਲਾਂ ਸੀ ਜਿਹੜੀਆਂ ਗੈਰ ਤਜਰਬੇਕਾਰ ਸੀ। ਉਹਦਾ ਅੱਜ ਖਮਿਆਜਾ ਸਾਰਾ ਪੰਜਾਬ ਭੁਗਤ ਰਿਹਾ। ਖਾਸ ਕਰ ਜਿਹੜਾ ਸਭ ਤੋਂ ਵੱਡਾ ਬੇਅਦਬੀ ਹੋਈ ਹੈ ਉਹਦੇ ਵਿੱਚ ਸਰਕਾਰ ਜਿਹੜੀ ਆ ਬੈਕਫੁੱਟ ਤੇ ਗਈ ਹੈ। ਡਰੱਗ ਦੇ ਮਸਲੇ 'ਚ ਵਿਕਰਮ ਮਜੀਠੀਆ ਨੂੰ ਮਤਲਬ ਜ਼ਮਾਨਤ ਕਰਾਉਣ ਤੇ ਸਰਕਾਰ ਨੇ ਮਦਦ ਕੀਤੀ ਆ, ਉੱਥੇ ਇਹਨਾਂ ਨੇ ਕੇਸ ਸਹੀ ਤਰੀਕੇ ਨਾਲ ਨਹੀਂ ਲੜਿਆ। ਸੋ ਇਹ ਸਰਕਾਰ ਜਿਹੜੀ ਆ ਇਹ ਕਰਦੀ ਕੋਸ਼ਿਸ਼ ਹੈ, ਦਿਖਾਉਂਦੀ ਕੋਸ਼ਿਸ਼ ਹੈ। ਇਹ ਬਿਲਕੁਲ ਜਿਹੜੇ ਜਿੱਦਾਂ ਮੋਦੀ ਮੀਡੀਆ ਸੀ, ਇੱਕ ਕੇਜਰੀ ਮੀਡੀਆ ਚੱਲ ਰਿਹਾ। ਇਹਨਾਂ ਦੋਵਾਂ ਦਾ ਕੰਪੀਟੀਸ਼ਨ ਹੈ ਮੀਡੀਆ ਦੇ ਵਿੱਚ। ਧਰਾਤਲ ਤੇ ਤੁਸੀਂ ਜਾਣਕਾਰੀ ਲੈਣੀ ਲੋਕਾਂ ਨੂੰ ਜਾ ਕੇ ਪੁੱਛ ਲਓ। ਮਹਿੰਗਾਈ ਲੱਕ ਤੋੜ ਮਹਿੰਗਾਈ ਹੋ ਗਈ ਆ ਲੋਕਾਂ ਦੀ। ਅਰਾਜਕਤਾ ਵੈਸੇ ਸਟੇਟ 'ਚ ਫੈਲੀ ਹੋਈ ਹੈ। ਕਤਲ, ਐਕਸਟੋਰਸ਼ਨ ਲੈਣੀ, ਇਹ ਆਮ ਜਿਹੀਆਂ ਗੱਲਾਂ ਹੋ ਗਈਆਂ ਨੇ। ਸਰ ਸਿੱਧੂ ਔਰ ਨੇ ਕੱਲ ਜਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਲੱਗਦਾ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰ ਜਿਹੜਾ ਹੈਗਾ ਹੁਣ ਲੋਕਾਂ ਨੂੰ ਲੈ ਕੇ ਸੜਕਾਂ ਤੇ ਉਤਰ ਰਿਹਾ? ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਅਰਾਜਕਤਾ ਫੈਲੀ ਹੋਈ ਹੈ ਕਿ ਐਡਾ ਵੱਡਾ ਬੰਦਾ ਚਲੇ ਜੇ, ਉਹਦੇ ਵਾਸਤੇ ਤੁਸੀਂ ਲੋਕ ਅਜੇ ਤੱਕ ਤੁਹਾਡੀ ਪੁਸ਼ਤ ਪਨਾਹੀ 'ਚ ਹੋਣ, ਉਹ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਵੇ, ਉਹਨਾਂ ਨੂੰ ਵੀਆਈਪੀ ਕਲਚਰ ਦੇ ਨਾਲ ਤੁਸੀਂ ਜੇਲ੍ਹਾਂ ਤੱਕ ਲੈ ਕੇ ਜਾਓ ਤੇ ਸ਼ੰਕੇ ਤੇ ਪੈਦਾ ਕਰਦੇ ਆ ਨਾ। ਫਿਰ ਉਹਨਾਂ ਨੇ ਸ਼ੰਕੇ ਕੱਲ ਜ਼ਾਹਰ ਕੀਤੇ ਆ। ਔਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਤੁਸੀਂ ਬਾਕੀ ਕੰਮਾਂ ਨੂੰ ਛੱਡ ਕੇ ਪੰਜਾਬ ਵੱਲ ਧਿਆਨ ਦਿਓ। ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਰਿਹਾ ਵਾ। ਲੋਕ ਪਰੇਸ਼ਾਨ ਨੇ। ਜਿਹੜੇ ਲੋਕ ਟੈਂਕੀਆਂ ਤੇ ਚੜੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਇਹ ਜਿਹੜੀਆਂ ਟੈਂਕੀਆਂ ਨੇ ਜਿਹੜੇ ਨੇ ਇਹਨਾਂ ਨੂੰ ਅਗਲੇ ਦਿਨ ਸਰਕਾਰ ਬਣਨ ਤੋਂ ਬਾਅਦ ਨੌਕਰੀ ਦੇਵਾਂਗੇ, ਪਰ ਨੌਕਰੀ ਦੇਣ ਦੀ ਬਜਾਏ ਉਹਨਾਂ ਤੇ ਡੰਡਾ ਤੰਤਰ ਵਰਤਿਆ ਜਾ ਰਿਹਾ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਵੇਖਿਆ ਜਾ ਰਿਹਾ, ਉਹਨਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ। ਸੋ ਸਰਕਾਰ ਜਿਹੜੀ ਆ ਆਪਣੇ ਵਾਅਦਿਆਂ ਤੋਂ ਭੱਜੀ ਹੈ, ਆਪਣੇ ਵਾਅਦਿਆਂ ਤੋਂ ਮੁੱਕਰੀ ਹੈ। ਸੀਐਸਪੀਐਲ ਦੇ ਵਿੱਚ ਧਰਨਾ ਦਿੱਤਾ ਜਾਂਦਾ ਹੈ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ, ਉੱਥੇ ਮੀਡੀਆ ਨੂੰ ਵੀ ਟਾਰਗੇਟ ਕੀਤਾ ਜਾਂਦਾ, ਉਹਨਾਂ ਦੇ ਵੀ ਜਿਹੜੇ ਹੈਗੇ ਨੁਮਾਇੰਦਿਆਂ ਨੂੰ ਉਹਨਾਂ ਤੇ ਵੀ ਲਾਠੀ ਚਾਰਜ ਜਿਹੜੇ ਸਾਹਮਣੇ ਆਈ ਹੈ। ਇਸ ਵੇਲੇ ਸਰਕਾਰ ਜਵਾਬ ਦੇਣ ਤੋਂ ਭੱਜ ਰਹੀ ਹੈ। ਮੀਡੀਆ ਜਵਾਬ ਮੰਗਦਾ ਹੈ, ਉਹਨਾਂ ਕੋਲ ਜਵਾਬ ਹੈ ਨਹੀਂ। ਇਸ ਕਰਕੇ ਮੀਡੀਆ ਨੂੰ ਉਹੀ ਚੀਜ਼ਾਂ ਵਰਤਾਈਆਂ ਜਾ ਰਹੀਆਂ ਜੋ ਬੇਰੁਜ਼ਗਾਰ ਲਾਈਨਮੈਨਾਂ ਨੂੰ ਵਰਤਾਈਆਂ ਜਾ ਰਹੀਆਂ। ਲਾਠੀ ਚਾਰਜ ਜਿਹੜਾ ਵਾ ਉਸੇ ਚੀਜ਼ ਦਾ ਹੀ ਇੱਕ ਹਿੱਸਾ ਹੈ। ਤੁਹਾਨੂੰ ਵੀ ਉਸੇ ਚੀਜ਼ ਦਾ ਇੱਕ ਬਣਦਾ ਹਿੱਸਾ ਤੁਹਾਨੂੰ ਵੀ ਦਿੱਤਾ ਹੈ, ਕਿਉਂਕਿ ਤੁਸੀਂ ਸੱਚ ਬੋਲਦੇ, ਸੱਚ ਪੁੱਛਦੇ ਜੇ। ਅੱਜ ਪੀਐਸਪੀਸੀਐਲ 10,000 ਕਰੋੜ ਦਾ ਕਰਜ਼ਾ ਹੋਰ ਚੁੱਕ ਰਿਹਾ। ਤੁਸੀਂ ਦੇਖੋ ਉਹ ਹੋਰ ਕਰਜ਼ਾਈ ਹੋ ਰਿਹਾ। ਇਹ ਕਹਿੰਦੇ ਅਸੀਂ ਤੁਹਾਨੂੰ ਫ੍ਰੀ ਵੀ ਦੇਵਾਂਗੇ, ਪਰ ਦੇਵਾਂਗੇ ਕਿੱਥੋਂ? ਸੋ ਇਹ ਸਰਕਾਰ ਆਪਣੇ ਆਪ 'ਚ ਫੇਲ ਹੋਈ ਆ। ਪਿਛਲੇ 6 ਮਹੀਨਿਆਂ ਦਾ ਪਹਿਲੀ ਸਰਕਾਰ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਏਡੀ ਛੇਤੀ ਹਾਰੀ ਹੋਵੇ। ਸਰ ਆਖਰੀ ਸਵਾਲ ਹੈ, ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੀ ਕਹੋਗੇ? ਕਿਉਂਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਐਕਸਾਈਜ਼ ਪਾਲਿਸੀ, ਜੇ ਦਿੱਲੀ 'ਚ ਤੁਸੀਂ ਵੇਖੋਗੇ ਜੋ ਹਾਲਾਤ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਨਾ ਹੋਏ, ਤੁਹਾਡੇ ਸਾਹਮਣੇ ਹੈ। ਐਕਸਾਈਜ਼ ਪਾਲਿਸੀ ਕਰਕੇ ਅੱਜ ਸੀਬੀਆਈ ਦੀ ਰੇਡ ਹੋਈ ਆ ਔਰ ਜਿੰਨਾ ਵੱਡਾ ਮਾਰਜਨ ਪ੍ਰਤੀ ਬੋਤਲ 363 ਰੁਪਏ ਵਿਖਾਇਆ ਗਿਆ।